ਜਿਹੜਾ ਬਾਦਲ ਦਲ ਹੈ ਨਾ, ਇਹ ਹਿੰਦੁਤਵਾ ਹਕੂਮਤ ਦੇ ਨਾਲ ਚੱਲਦਾ, ਸੈਂਟਰ ਦੇ ਨਾਲ। ਇਹਨਾਂ ਦੀ ਜਿਹੜੀ ਸੋਚ ਹੈ ਇਹ ਪ੍ਰੋ ਪੰਜਾਬ ਤੇ ਪ੍ਰੋ ਸਿੱਖ ਤੇ ਪ੍ਰੋ ਗਰੀਬ ਹੈ ਨਹੀਂ ਗੀ। ਬੰਦੀ ਸਿੰਘਾਂ ਦੀ ਰਿਹਾਈ ਦੀ ਤੁਸੀਂ ਵੀ ਗੱਲ ਕਰਦੇ ਹੋ, ਉਧਰ ਸ਼੍ਰੋਮਣੀ ਅਕਾਲੀ ਦਲ ਗੱਲ ਕਰਦਾ ਹੈ ਨਾ, ਤੁਹਾਨੂੰ ਲੱਗਦਾ ਥੋੜਾ ਇਕੱਠੇ ਹੋ ਕੇ ਚੋਣ ਲੜਨ ਦੀ ਲੋੜ ਸੀ? ਜਦੋਂ SGPC ਦੇ ਪ੍ਰਧਾਨ ਨੇ 11 ਮਈ ਨੂੰ ਮੈਨੂੰ ਸੱਦਿਆ ਸੀ, ਮੈਂ ਗਿਆ ਸੀਗਾ ਤੇ ਇਹ ਕਹਿੰਦੇ ਕਿ ਤੂੰ ਨਾ ਲੜ, ਅਸੀਂ ਹੋਰ ਕਿਸੇ ਨੂੰ ਲੜਾਉਣਾ ਹੈਗਾ। ਮੈਂ ਕਿਹਾ ਮੇਰੀ ਪਾਰਟੀ ਨੇ ਸੀਟ ਦਿੱਤੀ ਹੈ, ਮੈਂ ਪਾਰਟੀ ਨੂੰ ਪੁੱਛ ਕੇ ਬੈਠ ਸਕਦਾ, ਪਰ ਮੇਰੇ ਵਿੱਚ ਤੁਹਾਨੂੰ ਕਾਹਦੀ ਤੋਟ ਲੱਗਦੀ ਹੈ? ਮੈਂ ਬੰਦੀ ਹੈ, ਮੈਨੂੰ ਪਤਾ ਕਿਵੇਂ ਰਿਹਾਈ ਕਰਾਉਣੀ ਹੈ, ਮੈਂ ਪਾਰਲੀਮੈਂਟ ਦੇ ਵਿੱਚ ਗੱਲ ਕਰ ਸਕਦਾ, ਮੇਰਾ ਰਿਕਾਰਡ ਹੈ, ਤੁਸੀਂ ਦੇਖਿਆ ਹੈਗਾ, ਤੇ ਫਿਰ ਮੈਨੂੰ ਕਿਉਂ ਤੁਸੀਂ ਲਾਉਣਾ ਚਾਹੁੰਦੇ ਹੋ? ਸੁਖਬੀਰ ਬਾਦਲ ਕਹਿੰਦੇ ਮਾਨ ਸਾਹਿਬ ਨਾਲ ਗੱਲ ਕੀਤੀ ਸੀ, ਕਹਿੰਦੇ ਉਹਨਾਂ ਨੂੰ ਕਿਹਾ ਵੀ ਸੀਗਾ ਵੀ 1.5 ਸਾਲ ਦੀ ਗੱਲ ਹੈਗੀ ਆ, ਅਗਲੇ ਵਾਰ ਅਸੀਂ ਤੁਹਾਨੂੰ ਲੜਾ ਦਾਂਗੇ। ਉਹ ਕੌਣ ਹੈ ਮੈਨੂੰ ਸੀਟ ਦੇਣ ਵਾਲਾ? ਹੱਲ ਦਾ ਮੁੰਡਾ ਹੈ ਨਾ, ਉਹਨੂੰ ਕੁਛ ਕੀਤਾ, ਉਹਨੂੰ ਤਾਂ ਪਾਪਾ ਜੀ ਨੇ ਛੱਤ ਪਾੜ ਕੇ ਰਾਜ ਸੰਭਾਲਤਾ। ਜਿਹੜਾ ਬੰਦਾ ਉਹ ਰਾਹ ਚੱਲਿਆ ਹੋਵੇ ਉਹਨੂੰ ਹਟਾ ਕੇ ਹੋਰ ਕੋਈ ਖੜਾ ਕਰ ਦੇਣਾ, ਐ ਤਾਂ ਨਹੀਂ ਨਾ ਕਰੀਦਾ ਹੁੰਦਾ। ਉਹਨਾਂ ਦੇ ਪਾਪਾ ਜੀ ਬਹੁਤ ਬਿਮਾਰ ਨੇ, ਬਾਦਲ ਸਾਹਿਬ। PGI ਨੇ ਜਵਾਬ ਦੇ ਦਿੱਤਾ। ਸੁਖਬੀਰ ਸਿੰਘ ਉਹਨਾਂ ਦਾ ਇਕਲੌਤਾ ਪੁੱਤ ਹੈ, ਉਹਦੇ ਨਾਲ ਬਾਦਲ ਸਾਹਿਬ ਬਹੁਤ ਪਿਆਰ ਕਰਦੇ ਹੈ। ਐਵੇਂ ਨੱਠੇ ਫਿਰਨਾ, ਮੇਰੇ ਖਿਲਾਫ ਚੱਲੀ ਜਾਣਾ। ਹੁਣ ਟਾਈਮ ਹੈ ਕਿ ਆਪਣੇ ਬਾਪੂ ਜੀ ਦੀ ਸੇਵਾ ਕਰੇ ਜਾ ਕੇ। ਸੁਖਬੀਰ ਸਿੰਘ ਤੇ ਬਾਦਲ ਸਾਹਿਬ ਨੇ ਮੇਰੇ ਘਰ ਚੋਂ ਰਾਤ ਦੇ 2 ਵਜੇ ਮੰਜੇ ਤੋਂ ਚੱਕ ਕੇ ਲੈ ਗਏ ਮੈਨੂੰ ਥਾਣੇ 'ਚ। ਸੰਗਰੂਰ ਲੋਕ ਸਭਾ ਸੀਟ ਜਿੱਥੇ ਆਮ ਆਦਮੀ ਪਾਰਟੀ ਦੇ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ ਤੇ ਉੱਥੇ ਅਕਾਲੀ ਦਲ ਤੇ ਕਾਂਗਰਸ ਦੇ ਲਈ ਹੋਣ ਦਾ ਸਵਾਲ ਬਣੀ ਹੁੰਦੀ ਹੈ। ਅਜੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਮਾਨ ਚੋਣ ਮੈਦਾਨ ਦੇ ਵਿੱਚ ਉਤਰੇ ਨੇ, ਤਾਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹੈਗੇ ਨੇ। ਮਾਨ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਮੈਡਮ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨ ਸਾਹਿਬ, ਕਿਹੜਾ ਏਜੰਡਾ ਲੈ ਕੇ ਪਹਿਲਾਂ ਤਾਂ ਲੋਕਾਂ ਤੋਂ ਵੋਟ ਮੰਗ ਰਹੇ ਹੋ? ਵੋਟ ਇੱਥੇ ਡਿਵੈਲਪਮੈਂਟ ਸੰਗਰੂਰ ਦੀ, ਕਿਉਂ ਕਰਕੇ ਸੰਗਰੂਰ ਬਰਨਾਲਾ ਸਾਰੇ ਦੇਸ਼ ਨੂੰ ਸਭ ਤੋਂ ਜ਼ਿਆਦਾ ਕਣਕ ਤੇ ਚੌਲ ਪੇਸ਼ ਕਰਦਾ ਤੇ ਦਿੰਦਾ ਹੈਗਾ। ਇੱਥੇ ਜਿਹੜੇ ਸਾਡੇ ਰੰਗਰੇਟੇ ਸਿੱਖ ਹੈ, ਜਿਨ੍ਹਾਂ ਨੂੰ ਤੁਸੀਂ ਦਲਿਤ ਕਹਿੰਦੇ ਹੋ, ਉਹਨਾਂ ਦੀ ਹਾਲਤ ਬਹੁਤ ਖਰਾਬ ਹੈ ਬੀਪੀ ਜੀ। ਉਹਨਾਂ ਦੇ ਬੱਚਿਆਂ ਦੀਆਂ ਬਾਹਾਂ ਲੱਤਾਂ ਸੁੱਕੀਆਂ ਪਈਆਂ, ਉਹਨਾਂ ਦੇ ਘਰ ਛੋਟੇ ਹੈ, ਉਹਦੇ ਵਿੱਚ ਹੀ ਸਾਰਾ ਟੱਬਰ ਸੌਂਦਾ ਹੈ। ਜੇ ਉਹਨਾਂ ਦੀ ਧੀ ਤੇ ਜਵਾਈ ਆ ਜਾਣ, ਉਹ ਵੀ ਉਸੇ ਕਮਰੇ 'ਚ। ਜਦੋਂ ਕੜਾਕੇ ਦੀ ਠੰਡ ਪੈਂਦੀ ਹੈ ਸਿਆਲ 'ਚ, ਉਹਨਾਂ ਦੀ ਮੱਝ ਵੀ ਉਸੇ ਕਮਰੇ 'ਚ। ਤੇ ਇੰਦਰਾ ਗਾਂਧੀ ਨੇ ਕਿਹਾ ਸੀ ਕੱਪੜਾ ਵੀ ਦਊਂਗੀ, ਮਕਾਨ ਵੀ ਦਊਂਗੀ ਔਰ ਰੋਟੀ ਵੀ ਦਊਂਗੀ। ਰੋਟੀ, ਕੱਪੜਾ, ਮਕਾਨ ਇਹਨਾਂ ਦਾ ਸਲੋਗਨ ਰਿਹਾ। ਇਹ ਸਾਰੀਆਂ ਜਿਹੜੀਆਂ ਸੈਂਟਰ ਦੀਆਂ ਹਿੰਦੁਤਵਾ ਪਾਰਟੀਆਂ, ਇਹਨਾਂ ਨੇ ਸਾਡੇ ਜਿਹੜੇ ਗਰੀਬ ਰੰਗਰੇਟੇ ਸਿੱਖ ਹੈ ਉਹਨਾਂ ਦੇ ਲਈ ਡੱਕਾ ਨਹੀਂ ਤੋੜਿਆ ਅਜੇ ਤੱਕ। ਔਰ ਗਰੀਬੀ ਇੰਨੀ ਹੈਗੀ ਹੈ ਕਿ ਭੁੱਖਮਰੀ ਦੀ ਹਾਲਤ ਦੇ ਵਿੱਚ ਅੱਜ ਮੈਂ ਦੇਖ ਰਿਹਾ ਇਹ ਲੋਕ ਰਹਿ ਰਹੇ ਆ। ਨਾ ਇਹਨਾਂ ਦੇ ਕੋਲ ਨੌਕਰੀ ਹੈ, ਤੇ ਜਿਹੜਾ ਸੈਂਟਰ ਨੇ ਪਿੱਛੇ ਪੈਸਾ ਭੇਜਿਆ ਸੀਗਾ, ਕਾਂਗਰਸ ਸਰਕਾਰ ਨੇ ਇਹਨਾਂ ਦਾ ਸਾਰਾ ਗਬਨ ਕਰ ਲਿਆ ਤੇ ਇੱਕ ਪੈਸਾ ਇਹਨਾਂ ਦੇ ਕੋਲ ਨਹੀਂ ਪਹੁੰਚਿਆ। ਹੁਣ ਤੁਸੀਂ ਦੇਖੋ, ਸਾਡੇ ਭਗਵੰਤ ਜੀ ਚੀਫ ਮਿਨਿਸਟਰ ਹੈ, ਉਹ ਬਹੁਤ ਵੱਡੀਆਂ ਲਗਜ਼ਰੀ ਬੱਸਿਸ ਚਲਾ ਰਹੇ ਹੈ, ਜਿਹੜੀਆਂ ਸਾਰੇ ਜ਼ਿਲ੍ਹਿਆਂ ਤੋਂ ਜਾਣਗੀਆਂ ਦਿੱਲੀ ਹਵਾਈ ਅੱਡੇ ਦੇ ਉੱਤੇ। ਹੁਣ ਸਾਡੀ ਪਾਰਟੀ ਸੋਚਦੀ ਹੈ ਕਿ ਸਰਕਾਰ ਦਾ ਪੈਸਾ ਗਰੀਬਾਂ ਦੇ ਉੱਤੇ ਤੇ ਪੜ੍ਹਾਈ ਲਿਖਾਈ ਤੇ ਦਵਾਈ ਬੂਟੀ ਤੇ ਲੱਗਣਾ ਚਾਹੀਦਾ, ਕਿਉਂ ਕਰਕੇ ਪ੍ਰਾਈਵੇਟ ਸੈਕਟਰ ਦੇ ਵਿੱਚ ਪੈਸਾ ਇੰਨਾ ਹੈ ਕਿ ਉਹ ਬੱਸਾਂ ਚਲਾ ਸਕਦੇ ਹੈ, ਪਰ ਸਰਕਾਰ ਦਾ ਪੈਸਾ ਉੱਥੇ ਨਹੀਂ ਲੱਗਣਾ ਚਾਹੀਦਾ ਜਿੱਥੇ ਪ੍ਰਾਈਵੇਟ ਪੈਸਾ ਲੱਗਦਾ ਹੈ। ਭਗਵੰਤ ਮਾਨ ਕਹਿੰਦੇ ਮਾਫੀਆ ਬਹੁਤ ਸੀ, ਕਹਿੰਦੇ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਬੜਾ ਲੁੱਟਦੇ ਸੀ ਲੋਕਾਂ ਨੂੰ। ਤੇ ਫਿਰ ਗਵਰਨਮੈਂਟ ਠੀਕ ਕਰਦੀ ਹੈ। ਹੁਣ ਅਮਰੀਕਾ 'ਚ ਪ੍ਰਾਈਵੇਟ ਬੱਸਾਂ ਚੱਲਦੀਆਂ, ਯੂਰਪ 'ਚ ਪ੍ਰਾਈਵੇਟ ਬੱਸਾਂ ਚੱਲਦੀਆਂ, ਤੇ ਜੇ ਉਹ ਮਾਫੀਆ ਨੂੰ ਠੀਕ ਕਰ ਸਕਦੇ ਆ, ਭਗਵੰਤ ਜੀ ਕਿਉਂ ਨਹੀਂ ਕਰ ਸਕਦੇ ਹੈਗੇ? ਇਹ ਤਾਂ ਬਿਲਕੁਲ ਉਲਟ ਗੱਲ ਹੈ, ਕਿਉਂ ਕਰਕੇ ਉਹਨਾਂ ਨੂੰ ਫਿਲਾਸਫੀ ਦਾ ਹੀ ਨਹੀਂ ਪਤਾ
ਕਿ ਸਰਕਾਰ ਦਾ ਪੈਸਾ ਇਹੋ ਜਿਹੇ ਕੰਮਾਂ ਤੇ ਨਹੀਂ ਲੱਗਣਾ ਚਾਹੀਦਾ ਜਿਹਦੇ ਉੱਤੇ ਪ੍ਰਾਈਵੇਟ ਪੈਸਾ ਲੱਗ ਸਕਦਾ ਹੈ, ਤੇ ਇਹ ਸੈਕਟਰ ਪ੍ਰਾਈਵੇਟ ਨੂੰ ਛੱਡ ਦੇਣਾ ਚਾਹੀਦਾ। ਹੁਣ ਗਰੀਬ ਆਦਮੀ ਕਿਹੜਾ ਜਿਹਦੇ ਕੋਲੇ ਰੋਟੀ ਨਹੀਂ ਹੈ, ਉਹ ਕਿਹੜਾ ਇਸ ਬੱਸ ਦੇ ਵਿੱਚ ਚੜੂਗਾ? ਚਲੋ ਮੈਫੀ ਹੈ, ਤੇ ਫਿਰ ਇਹ ਚਲੋ ਇਹਨਾਂ ਦੀਆਂ ਬੱਸਾਂ 'ਚ ਮੈਫੀਆ ਨਹੀਂ ਹੈ, ਤੇ ਜਿਹੜੇ ਆਰਡੀਨਰੀ ਬੰਦੇ ਆ ਉਹ ਕਿਵੇਂ ਇਹਨਾਂ ਦੀ ਬੱਸਾਂ 'ਚ ਚੜਨਗੇ? ਕਦੇ ਇਹਨਾਂ ਨੇ ਸੋਚਿਆ, ਕਦੇ ਤੁਸੀਂ ਸੋਚਿਆ ਕਿ ਜਿਹੜੇ ਬੰਦੇ ਗਰੀਬ ਹੈ, ਜ਼ਿਮੀਂਦਾਰ ਨੇ, ਕੋਈ ਵੀ ਹੈ, ਇੱਕ ਕਲਰਕ ਹੈ ਸਰਕਾਰ ਦਾ, ਉਹ ਇਹਨਾਂ ਦੀਆਂ ਬੱਸਾਂ 'ਚ ਤਾਂ ਜਾਂਦਾ ਹੀ ਨਹੀਂ, ਉਹ ਅਫੋਰਡ ਹੀ ਨਹੀਂ ਕਰ ਸਕਦਾ, ਹੈ ਨਾ? ਤੇ ਇਹ ਫ੍ਰੀ ਹੋਣਾ ਚਾਹੀਦਾ ਸੀ, ਹੈਂ? ਫ੍ਰੀ ਹੋਣਾ ਚਾਹੀਦਾ ਤੁਹਾਡੇ। ਨਹੀਂ, ਇਹ ਤਾਂ ਮੇਰਾ ਮਤਲਬ ਪੈਸੇ ਤਾਂ ਹਰੇਕ ਚੀਜ਼ ਦੇਰ ਆਰ ਨੋ ਫ੍ਰੀ ਲੰਚਸ, ਤੇ ਇਹ ਤਾਂ ਇਹ ਪੈਸੇ ਲੱਗਣੇ ਚਾਹੀਦੇ ਸੀਗੇ, ਪਰ ਗਰੀਬ ਤਾਂ ਨਹੀਂ ਨਾ ਉਹ ਬੱਸਾਂ ਦੇ ਉੱਤੇ ਚੜ੍ਹ ਸਕਦੇ। ਇਹ ਤਾਂ ਸਾਰਾ ਅਮੀਰਾਂ ਦੇ ਲਈ ਖਰਚ ਕੀਤਾ ਹੈ। ਜਿਹੜਾ ਪੈਸਾ ਸਰਕਾਰ ਦੇ ਕੋਲੇ ਐਜੂਕੇਸ਼ਨ ਦੇ ਲਈ ਹੈ ਤੇ ਗਰੀਬਾਂ ਦਾ ਰਹਿਣਾ ਬਹਿਣਾ ਸਹੀ ਕਰਨ ਦੇ ਲਈ, ਉਹਨਾਂ ਦੇ ਰੋਟੀ ਕੱਪੜੇ ਮਕਾਨ ਦੇ ਲਈ, ਇਹ ਤਾਂ ਪੈਸਾ ਸਰਕਾਰ ਦਾ ਉੱਥੇ ਲੱਗਣਾ ਚਾਹੀਦਾ, ਨਾ ਕਿ ਅਮੀਰਾਂ ਦੀ ਅਸੂਲਤ ਦੇ ਲਈ। ਮਾਨ ਸਾਹਿਬ 8 ਸਾਲ ਐਮਪੀ ਰਹੇ ਨੇ ਭਗਵੰਤ ਮਾਨ, ਤੁਹਾਨੂੰ ਲੱਗਦਾ ਨਹੀਂ 8 ਸਾਲਾਂ ਦੇ ਵਿੱਚ ਬਹੁਤ ਕੁਝ ਭਗਵੰਤ ਮਾਨ ਨੇ ਕੀਤਾ, ਜਾਂ ਬਹੁਤ ਸਾਰੇ ਪੰਜਾਬ ਦੇ ਮਸਲੇ ਲੋਕ ਸਭਾ ਚੁੱਕੇ ਨੇ? ਨਹੀਂ, ਉਹਨਾਂ ਨੇ ਕੋਈ ਮਸਲਾ ਨਹੀਂ ਚੁੱਕਿਆ ਹੈਗਾ, ਤੇ ਅਜੇ ਤੱਕ ਮੈਂ ਉਹਨਾਂ ਦੀ ਡਿਵੈਲਪਮੈਂਟ ਦੀ ਚੀਜ਼ ਕੋਈ ਦੇਖੀ ਨਹੀਂ। ਜਿਹੜੀ ਉਹਨਾਂ ਨੇ ਕੀਤੀ ਹੋਊਗੀ, ਜਿਹੜੀ ਮੇਰੇ ਸਮੇਂ ਦੇ ਵਿੱਚ ਹੋਈ ਹੈ, ਮੈਂ ਪਿੰਡਾਂ ਦੀਆਂ ਸੜਕਾਂ ਬਣਵਾ ਦਿੱਤੀਆਂ, ਮੁਸਲਮਾਨਾਂ ਦੇ ਕਬਰਸਤਾਨਾਂ ਦੀਆਂ 4 ਦੀਵਾਰੀਆਂ ਬਣਾਤੀਆਂ, ਕਿਉਂ ਕਰਕੇ ਉਹਨਾਂ ਦੇ ਕਬਰਸਤਾਨਾਂ ਦੇ ਉੱਤੇ ਕਬਜ਼ੇ ਹੋ ਰਹੇ ਸੀਗੇ। ਜਿੱਥੇ ਸਾਡੇ ਹਿੰਦੂ ਹੈਗੇ ਹੈ, ਇਹ ਕੱਟੜਵਾਦੀ RSS ਦੇ ਹੈ, ਪਰ ਇਹਨਾਂ ਦੀ ਗੱਲ ਕੋਈ ਸੁਣਦਾ ਨਹੀਂ ਸੀ। ਮੈਂ ਇਹਨਾਂ ਨੂੰ ਗਊਸ਼ਾਲਾ ਦੇ ਦਿੱਤੀਆਂ ਸਾਰੇ ਕਸਬਿਆਂ ਦੇ ਵਿੱਚ, ਤੇ ਗਰੀਬਾਂ ਦੀਆਂ ਇਹ ਜਿਹੜੀ ਉਹਨਾਂ ਦੀਆਂ ਆਸ਼ਰਮਾਂ ਹੈਗੀਆਂ ਉਹ ਬਣਵਾਤੀਆਂ, ਤੇ ਸਾਰੇ ਪਿੰਡਾਂ 'ਚ ਆਪਣਾ ਗ੍ਰਾਂਟ ਭੇਜਿਆ, ਤੇ ਜਿਹੜਾ ਘੱਗਰ ਹਰੇਕ ਸਾਲ ਉਛਲਦਾ ਸੀਗਾ, ਉਸ ਨੂੰ ਮੈਂ ਮਹਾਰਾਣੀ ਪਟਿਆਲਾ, ਉਸ ਵੇਲੇ ਪਟਿਆਲੇ ਦੇ MP ਸੀ, ਤੇ ਇਹ ਉਹ ਇਲਾਕਾ ਉਹਨੇ ਦੇ ਹਲਕੇ ਸੀਗਾ, ਉਹ ਵੀ ਅਸੀਂ ਘੱਗਰ ਨੂੰ ਨੱਥ ਪਵਾ ਦਿੱਤੀ ਸੀਗੀ। ਹੁਣ ਅਜੇ ਤੱਕ ਉਹਦੀ ਸਫਾਈ ਨਹੀਂ ਹੋਈ, ਤੇ ਮੈਂ ਅਪੀਲ ਕਰਦਾ ਭਗਵੰਤ ਜੀ ਨੂੰ ਕਿ ਉਹਦੀ ਸਫਾਈ ਕਰਾ ਦਿਓ, ਕਿਉਂ ਕਰਕੇ ਮੌਸਮ ਆ ਰਿਹਾ ਇਹ ਬਾਰਿਸ਼ ਦਾ, ਤੇ ਉਹ ਕਿਤੇ ਫੇਰ ਨਾ ਉਛਲਣ ਲੱਗ ਪਏ ਤੇ ਖਰਾਬ ਕਰੇ ਇਹ ਸਾਡੇ ਜ਼ਿਮੀਂਦਾਰਾਂ ਦੀ ਫਸਲ ਨੂੰ। ਮਾਨ ਸਾਹਿਬ, ਦੋ ਪੰਥਕ ਧੜੇ, ਤੁਹਾਡਾ ਧੜੇ ਦੀ ਗੱਲ ਕਰ ਲਈਏ, ਸ਼੍ਰੋਮਣੀ ਅਕਾਲੀ ਦਲ ਦੇ ਧੜਿਆਂ ਦੀ ਗੱਲ ਕਰ ਲਈਏ, ਇਹਨਾਂ ਦੋਨਾਂ ਦੇ ਵੱਖਰੇ ਵੱਖਰੇ ਮੁੱਦਿਆਂ ਨੂੰ ਤੁਸੀਂ ਕਿਵੇਂ ਵੱਖਰਾ ਦੇਖਦੇ ਹੋ? ਦੇਖੋ, ਜਿਹੜਾ ਬਾਦਲ ਦਲ ਹੈ ਨਾ, ਇਹ ਹਿੰਦੁਤਵਾ ਹਕੂਮਤ ਦੇ ਨਾਲ ਚੱਲਦਾ, ਸੈਂਟਰ ਦੇ ਨਾਲ, ਤੇ ਇਹ ਬਹੁਤ ਹਿੰਦੁਤਵਾ ਧਰਮ 'ਚ ਲੈ ਆਂਦੀ ਹੈ ਇਹਨਾਂ ਨੇ। ਤੇ ਜਿਹੜੇ ਬਰਗਾੜੀ ਬੇਅਦਬੀ ਹੋਈ ਹੈ 2015 ਦੇ ਵਿੱਚ ਇਹਨਾਂ ਦੇ ਰਾਜ ਦੇ ਵਿੱਚ, ਅਜੇ ਤੱਕ ਇਹਨਾਂ ਨੇ ਕੋਈ ਵੀ ਮੁਲਜ਼ਮ ਫੜਨ ਨਹੀਂ ਦਿੱਤਾ ਹੈਗਾ। ਉਹਨਾਂ ਦੇ ਹੱਕ ਦੇ ਵਿੱਚ ਵੱਡੇ ਵੱਡੇ ਵਕੀਲ ਕਰਕੇ ਉਹ ਕੇਸ ਚੱਲਣ ਹੀ ਨਹੀਂ ਦਿੰਦੀ ਹਾਈ ਕੋਰਟ, ਤੇ ਫਿਰ 328 ਮਹਾਰਾਜ ਦੇ ਸਰੂਪ ਇਹਨਾਂ ਨੇ ਪਤਾ ਨਹੀਂ ਵੇਚਦੇ ਹੈ ਜਾਂ ਕਿਤੇ ਗਵਾ ਦਿੱਤੇ ਹੈਗੇ ਹੈ, ਜਾਂ ਗਲਤ ਹੱਥਾਂ ਦੇ ਵਿੱਚ ਦੇ ਦਿੱਤੇ ਹੈ। ਤੇ 11 ਸਾਲਾਂ ਤੋਂ ਸਾਡੀ SGPC ਜਿਹੜੀ 1925 ਦੇ ਵਿੱਚ ਕਾਨੂੰਨ ਦੇ ਰਾਹੀਂ ਸਥਾਪਿਤ ਹੋਈ ਸੀ, ਉਹਦੇ 11 ਸਾਲਾਂ ਤੋਂ ਇਲੈਕਸ਼ਨ ਹੀ ਨਹੀਂ ਕਰਾਏ ਗਏ। ਹੁਣ ਤੁਸੀਂ ਫਰਜ਼ ਕਰੋ ਕਿ 11 ਸਾਲਾਂ ਤੋਂ ਪਾਰਲੀਮੈਂਟ ਦੇ ਇਲੈਕਸ਼ਨ ਨਾ ਹੋਣ ਤੇ ਹੱਲਾ ਨਹੀਂ ਮੱਚ ਜੂਗਾ ਸਾਰੇ ਪਾਸੇ। ਤੇ ਫਿਰ ਸਿੱਖਾਂ ਦਾ ਵੀ ਦਿਲ ਹੈਗਾ, ਹਿੰਦੂਆਂ ਦਾ ਵੀ ਦਿਲ ਹੈ, ਹਿੰਦੂਆਂ ਦਾ ਵੀ ਦਿਲ ਪਾੜ ਕੇ ਦੇਖੋ ਤੇ ਸਿੱਖ ਦਾ ਦਿਲ ਵੀ ਪਾੜ ਕੇ ਦੇਖੋ, ਤੁਸੀਂ ਦੇਖੋ ਦਿਲ ਇੱਕੋ ਜਿਹੇ ਨਿਕਲਣਗੇ। ਤੇ ਜੇ ਉਹਨਾਂ ਦੀ ਪਾਰਲੀਮੈਂਟ ਦੇ 5 ਸਾਲ ਬਾਅਦ ਇਲੈਕਸ਼ਨ ਹੋ ਜਾਂਦੇ ਹੈ, ਤੇ ਸਿੱਖਾਂ ਦੀ ਪਾਰਲੀਮੈਂਟ ਦੇ ਇਲੈਕਸ਼ਨ ਕਿਉਂ ਨਹੀਂ ਹੁੰਦੇ 5 ਸਾਲਾਂ ਬਾਅਦ? ਸਾਨੂੰ ਕਿਉਂ ਮਹੰਤਾਂ ਦੇ ਵਸ ਪਾਤਾ ਹੈ ਬਾਦਲ ਦਲ ਦੇ, ਸਾਰਾ ਕੁਝ ਖਜ਼ਾਨਾ ਲੁੱਟੀ ਜਾਂਦੇ ਹੈ, ਕਰੀ ਜਾਂਦੇ ਹੈ। ਇਹਨਾਂ ਦੀ ਜਿਹੜੀ ਸੋਚ ਹੈ ਇਹ ਪ੍ਰੋ ਪੰਜਾਬ ਤੇ ਪ੍ਰੋ ਸਿੱਖ ਤੇ ਪ੍ਰੋ ਗਰੀਬ ਹੈ ਨਹੀਂ ਗੀ। ਬੰਦੀ ਸਿੰਘਾਂ ਦੀ ਰਿਹਾਈ ਦੀ ਤੁਸੀਂ ਵੀ ਗੱਲ ਕਰਦੇ ਹੋ, ਉਧਰ ਸ਼੍ਰੋਮਣੀ ਅਕਾਲੀ ਦਲ ਗੱਲ ਕਰਦਾ ਹੈ ਨਾ, ਤੁਹਾਨੂੰ ਲੱਗਦਾ ਥੋੜਾ ਇਕੱਠੇ ਹੋ ਕੇ ਚੋਣ ਲੜਨ ਦੀ ਲੋੜ ਸੀ? ਇਹ ਅਸੀਂ ਇਕੱਠੇ ਗਏ ਸੀਗੇ, ਪਰ
ਸਾਡਾ ਹੁਣ 344 ਦਿਨਾਂ ਤੋਂ ਧਰਨਾ ਚੱਲ ਰਿਹਾ ਬਰਗਾੜੀ। ਉੱਥੇ 20 ਸਿੱਖ ਸਿੰਘਣੀਆਂ ਰੋਜ਼ ਗ੍ਰਿਫਤਾਰੀਆਂ ਦਿੰਦੇ ਆ ਕਿ ਬੰਦੀ ਛੋਡੋ ਤੇ ਬਰਗਾੜੀ ਦੇ ਵਿੱਚ ਜੋ ਬੇਅਦਬੀ ਹੋਈ ਹੈ ਉਹਦੇ ਮੁਲਜ਼ਮ ਫੜੋ। ਹੁਣ ਅਸੀਂ ਤਾਂ ਉੱਥੇ ਲੱਗੇ ਹੋਏ ਹਾਂ, ਇਹ ਤਾਂ ਕਦੇ ਆਏ ਨਹੀਂ। ਪਰ ਜਦੋਂ SGPC ਦੇ ਪ੍ਰਧਾਨ ਨੇ 11 ਮਈ ਨੂੰ ਮੈਨੂੰ ਸੱਦਿਆ ਸੀ, ਮੈਂ ਗਿਆ ਸੀਗਾ। ਪਰ ਫਿਰ ਦੂਸਰੀ ਪਾਸੇ ਮੇਰੇ ਕੋਲੇ ਆ ਗਏ ਸੁਖਬੀਰ ਸਿੰਘ ਬਾਦਲ, ਚੰਦੂ ਮਾਜਰਾ ਜੀ ਤੇ ਇਹ ਬਲਵਿੰਦਰ ਸਿੰਘ ਜੀ ਭੂੰਦੜ ਤੇ SGPC ਦੇ ਪ੍ਰਧਾਨ, ਤੇ ਇਹ ਕਹਿੰਦੇ ਕਿ ਤੂੰ ਨਾ ਲੜ, ਅਸੀਂ ਹੋਰ ਕਿਸੇ ਨੂੰ ਲੜਾਉਣਾ ਹੈਗਾ। ਮੈਂ ਕਿਹਾ ਮੇਰੀ ਪਾਰਟੀ ਨੇ ਸੀਟ ਦਿੱਤੀ ਹੈ, ਮੈਂ ਪਾਰਟੀ ਨੂੰ ਪੁੱਛ ਕੇ ਬੈਠ ਸਕਦਾ, ਪਰ ਮੇਰੇ ਵਿੱਚ ਤੁਹਾਨੂੰ ਕਾਹਦੀ ਤੋਟ ਲੱਗਦੀ ਹੈ? 5 ਸਾਲ ਤਾਂ ਮੈਂ ਸੈਂਟਰ ਦੀ ਤਨਾਈ ਦੀ ਕੈਦ ਕੱਟੀ ਹੈ। ਜਦ ਦੇ ਇਹ ਬਿਆਨ ਸਿੰਘ ਆਇਆ ਹੈ ਤੇ ਫਿਰ ਬਾਦਲ ਦੀ ਹਕੂਮਤ ਆਈ ਹੈ ਤੇ ਅਮਰਿੰਦਰ ਦੀ ਹੈ, 3 ਸਾਲ ਮੈਂ ਉਹਦੇ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਕੱਟੇ ਹੈ। ਮੈਂ ਬੰਦੀ ਹੈ, ਮੈਨੂੰ ਪਤਾ ਕਿਵੇਂ ਰਿਹਾਈ ਕਰਾਉਣੀ ਹੈ। ਮੈਂ ਪਾਰਲੀਮੈਂਟ ਦੇ ਵਿੱਚ ਗੱਲ ਕਰ ਸਕਦਾ, ਮੇਰਾ ਰਿਕਾਰਡ ਹੈ, ਤੁਸੀਂ ਦੇਖਿਆ ਹੈਗਾ। ਤੇ ਫਿਰ ਮੈਨੂੰ ਕਿਉਂ ਤੁਸੀਂ ਲਾਉਣਾ ਚਾਹੁੰਦੇ ਹੋ? ਸੋ ਸਾਡੀ ਬਿਲਕੁਲ ਗੱਲ ਹੈਗੀ ਹੈ ਬੰਦੀਆਂ ਦੀ, ਤੇ ਅਸੀਂ ਸਾਡੀ ਪਾਰਟੀ ਦਾ ਜਦੋਂ ਮੋਰਚਾ ਲੱਗਿਆ ਹੋਇਆ ਹੈ ਉਹਦੇ ਵਿੱਚ ਬਾਕੀ ਦੇ ਵੀ ਸ਼ਾਮਲ ਹੋ ਜਾਣ, ਹੈ ਨਾ? ਉਹ ਤਾਂ ਚੱਲਦਾ ਮੋਰਚਾ। ਸੁਖਬੀਰ ਬਾਦਲ ਕਹਿੰਦੇ ਮਾਨ ਸਾਹਿਬ ਨਾਲ ਗੱਲ ਕੀਤੀ ਸੀ, ਕਹਿੰਦੇ ਉਹਨਾਂ ਨੂੰ ਕਿਹਾ ਵੀ ਸੀਗਾ ਵੀ 1.5 ਸਾਲ ਦੀ ਗੱਲ ਹੈਗੀ ਆ, ਅਗਲੇ ਵਾਰ ਅਸੀਂ ਤੁਹਾਨੂੰ ਲੜਾ ਦਾਂਗੇ। ਦੇਖੋ ਬੀਬੀ ਜੀ, ਇਹ ਤਾਂ ਹੋਮੇ ਤੇ ਹੰਕਾਰ ਹੈ। ਉਹ ਕੌਣ ਹੈ ਮੈਨੂੰ ਸੀਟ ਦੇਣ ਵਾਲਾ? ਕੱਲ ਦਾ ਮੁੰਡਾ ਹੈ ਨਾ, ਉਹਨੂੰ ਕੁਛ ਕੀਤਾ, ਉਹਨੂੰ ਤਾਂ ਪਾਪਾ ਜੀ ਨੇ ਛੱਤ ਪਾੜ ਕੇ ਰਾਜ ਸੰਭਾਲਤਾ। ਸੀਨੀਅਰ ਮੈਂਬਰ ਢੀਂਡਸਾ ਸਾਹਿਬ ਦੇ ਉੱਤੋਂ ਦੀ, ਭੂੰਦੜ ਸਾਹਿਬ ਦੇ ਉੱਤੋਂ ਦੀ, ਉਹਨੂੰ ਇੱਲ ਦੇ ਥਾਂ ਤਾਂ ਕੁੱਕੋ ਨਹੀਂ ਆਉਂਦੀ। ਉਹ ਕੌਣ ਹੈ ਮੈਨੂੰ ਇਹ ਕਹਿਣ ਵਾਲਾ ਕਿ ਤੈਨੂੰ ਮੈਂ ਸੀਟ ਦੇ ਦੂੰਗਾ, ਹੈ ਨਾ? ਮੈਂ ਕਦੋਂ ਉਹਨਾਂ ਤੋਂ ਸੀਟ ਹੀ ਨਹੀਂ ਕਦੇ ਮੰਗੀ। ਉਹਨਾਂ ਦਾ ਮੇਰੇ ਘਰੇ ਆਉਣ ਤੇ ਮੈਂ ਮਹਿਮਾਨਬਾਜ਼ੀ ਜਿਹੜੀ ਮੇਰੀ ਕੀਤੀ, ਮੇਰਾ ਤਾਂ ਅਕਸ਼ ਬਹੁਤ ਥੱਲੇ ਲੋਕਾਂ ਦੇ ਵਿੱਚ ਚਲਿਆ ਗਿਆ ਕਿ ਇਹਨੇ ਇਹੋ ਜਿਹੇ ਬੰਦੇ ਆਪਣੇ ਘਰ 'ਚ ਕਿਉਂ ਵਾੜ ਲਏ ਤੇ ਮੈਨੂੰ ਕਿਉਂ ਹਟਾਉਣਾ ਚਾਹੁੰਦੇ ਆ ਉਹ? ਜਦੋਂ ਮੈਂ ਪੂਰਾ ਕੰਮ ਕਰਦਾ, ਪਾਰਲੀਮੈਂਟ ਦੇ ਵਿੱਚ ਬੋਲਦਾ, ਸਾਰਾ ਕੁਛ ਕਰਦਾ। ਭੁੱਲਰ ਦੇ ਕੇਸ ਦੇ ਵਿੱਚ ਜਦੋਂ ਮੈਨੂੰ ਫਾਂਸੀ ਮਿਲ ਗਈ ਸੀਗੀ, ਮੈਂ ਬਾਦਲ ਸਾਹਿਬ ਨੂੰ, ਟੋੜਾ ਸਾਹਿਬ ਨੂੰ, ਢੀਂਡਸਾ ਸਾਹਿਬ ਨੂੰ, ਉਸ ਵੇਲੇ ਦੇ ਹੋਮ ਮਿਨਿਸਟਰ LK ਅਡਵਾਨੀ ਕੋਲੇ ਲੈ ਕੇ ਗਿਆ ਸੀ। ਮੈਂ ਮੈਂਬਰ ਪਾਰਲੀਮੈਂਟ ਸੀ ਤੇ ਅਸੀਂ ਉਹਨੂੰ ਦੱਸਿਆ ਕਿ ਭੁੱਲਰ ਸਾਹਿਬ ਨੂੰ ਫਾਂਸੀ ਨਹੀਂ ਦੇਣੀ ਚਾਹੀਦੀ। ਤਾਂ ਮੇਰਾ ਮਤਲਬ ਜਿਹੜਾ ਬੰਦਾ ਉਹ ਰਾਹ ਚੱਲਿਆ ਹੋਵੇ ਉਹਨੂੰ ਹਟਾ ਕੇ ਹੋਰ ਕੋਈ ਖੜਾ ਕਰ ਦੇਣਾ, ਜਿਹਦੇ ਲਈ ਕੋਈ ਸਪੋਰਟ ਕਿਸੇ ਬੰਦੀ ਸਿੰਘ ਦੀ ਨਹੀਂ ਹੈਗੀ। ਤੇ ਸਾਰੇ ਬੰਦੀ ਸਿੰਘ ਕਹਿੰਦੇ ਆ ਕਿ ਸਿਮਰਨਜੀਤ ਸਿੰਘ ਮਾਨ ਸਾਡੀ ਗੱਲ ਕਰੇ। ਹੁਣ ਐ ਤਾਂ ਨਹੀਂ ਨਾ ਕਰੀਦਾ ਹੁੰਦਾ। ਉਹਨਾਂ ਦੇ ਪਾਪਾ ਜੀ ਬਹੁਤ ਬਿਮਾਰ ਨੇ, ਬਾਦਲ ਸਾਹਿਬ। PGI ਨੇ ਜਵਾਬ ਦੇ ਦਿੱਤਾ ਤੇ ਮੋਹਾਲੀ ਦੇ ਹਸਪੀਟਲ ਦੇ ਵਿੱਚ ਦਾਖਲ ਹੋ ਗਏ ਹੈ। ਹੁਣ ਸੁਖਬੀਰ ਸਿੰਘ ਉਹਨਾਂ ਦਾ ਇਕਲੌਤਾ ਪੁੱਤ ਹੈ, ਉਹਦੇ ਨਾਲ ਬਾਦਲ ਸਾਹਿਬ ਬਹੁਤ ਪਿਆਰ ਕਰਦੇ ਹੈ। ਐਵੇਂ ਨੱਠੇ ਫਿਰਨਾ, ਮੇਰੇ ਖਿਲਾਫ ਚੱਲੀ ਜਾਣਾ। ਹੁਣ ਟਾਈਮ ਹੈ ਕਿ ਆਪਣੇ ਬਾਪੂ ਜੀ ਦੀ ਸੇਵਾ ਕਰੇ ਜਾ ਕੇ। ਉਹਨਾਂ ਦੀ ਮਾਤਾ ਸੁਰਗਵਾਸ ਹੋ ਗਈ ਹੈ, ਕੱਲਾ ਪੁੱਤ ਹੈ ਤੇ ਉਹ ਮੇਰੇ ਖਿਲਾਫ ਭੱਜਿਆ ਫਿਰਦਾ। ਮੈਂ ਕਹਿੰਦਾ ਤੂੰ ਪਾਪਾ ਜੀ ਦੀ ਸੇਵਾ ਕਰ ਜਾ ਕੇ। ਹੁਣ ਸੁਖਬੀਰ ਬਾਦਲ ਕਹਿੰਦੇ ਜਦੋਂ ਸਿਮਰਨਜੀਤ ਮਾਨ ਜੇਲ੍ਹ 'ਚ ਸੀਗੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਬੜੀ ਜਦੋਜਹਿਦ ਕੀਤੀ ਸੀ, ਕਹਿੰਦੇ ਹੁਣ ਮਾਨ ਸਾਹਿਬ ਸਾਡੇ ਨਾਲ ਕਿਉਂ ਨਹੀਂ ਖੜਦੇ? ਮੇਰੇ ਲਈ ਉਹਨਾਂ ਨੇ ਕੋਈ ਜਦੋਜਹਿਦ ਨਹੀਂ ਕੀਤੀ। ਮੇਰੇ ਖਿਲਾਫ ਤਾਂ ਉਹਨਾਂ ਨੇ ਕੈਂਡੀਡੇਟ ਕੀਤੇ ਸੀ। ਦੇਵੀ ਲਾਲ ਮੇਰੇ ਖਿਲਾਫ ਫਿਰੋਜ਼ਪੁਰ ਤੋਂ ਖੜਾ ਕਰਤਾ ਸੀਗਾ ਤੇ ਹੋਰ ਬੰਦੇ ਖੜੇ ਕਰਤੇ ਸੀ ਜਿਨ੍ਹਾਂ ਨੂੰ ਅਸੀਂ ਹਰਾਤਾ ਸੀਗਾ। ਤੇ ਉਹਨਾਂ ਨੇ ਤਾਂ ਕਦੇ ਸਾਡੇ ਲਈ ਕੋਈ ਇਮਦਾਦ ਨਹੀਂ ਕੀਤੀ ਹੈਗੀ। ਪਰ ਉਹਦਾ ਲੌਜਿਕ ਕੀ ਹੈ ਕਿ ਜਿਹੜਾ ਬੰਦਾ ਕੰਪੀਟੈਂਟ ਹੈ, ਜੇ ਉਹ ਪਾਰਲੀਮੈਂਟ ਚਲਿਆ ਜਾਵੇ, ਉਹਦੀ ਤੂੰ ਲੱਤ ਕਿਉਂ ਖਿੱਚਣੀ ਹੈ? ਚਲੋ ਉਹਨਾਂ ਨੇ ਕੀਤੀ ਹੈ ਤਾਂ ਫਿਰ ਜੇ ਮੈਂ ਪਾਰਲੀਮੈਂਟ ਚਲਿਆ ਜਾਊਂਗਾ, ਉੱਥੇ ਮੈਂ ਗੱਲ ਕਰ ਸਕੂੰਗਾ, ਤੇ ਫਿਰ ਮੇਰੇ 'ਚ ਕੀ ਕਸੂਰ ਹੈ ਉਹ ਤਾਂ ਦੱਸ ਦੇਣਾ। ਹੁਣ ਨਾ ਤਾਂ ਉਹ ਪੜ੍ਹਿਆ ਲਿਖਿਆ ਹੈ, ਉਹ ਅਮਰੀਕਾ ਪੜ੍ਹ ਕੇ ਆਇਆ ਹੈ, ਇਹ ਬੇਕਰਸਫੀਲਡ, ਉੱਥੋਂ ਦਾ ਰਿਕਾਰਡ ਅਸੀਂ ਮੰਗਾਇਆ। ਕਹਿੰਦੇ ਇਹਨੇ ਤਾਂ ਕੋਈ ਡਿਗਰੀ ਤਾਂ ਲਈ ਨਹੀਂ ਹੈਗੀ, ਉੱਥੇ ਮੌਜਾਂ ਕਰਕੇ ਆ ਗਏ ਨੇ ਤੇ ਇੱਥੇ ਹੈਗੇ ਆ। ਹੁਣ ਜਦੋਂ ਕੋਈ ਤਜਰਬਾ ਹੀ ਨਹੀਂ ਹੈਗਾ ਉਸ ਨੂੰ, ਤੇ ਉਹਦੀ ਗੱਲ ਤੁਸੀਂ ਮੰਨ ਲੈਂਦੇ ਹੋ ਕਿਉਂ ਕਰਕੇ? ਉਹ ਮੈਂਬਰ ਪਾਰਲੀਮੈਂਟ ਹੈ,
ਉਹਨਾਂ ਦੇ ਘਰ ਵਾਲੇ ਮੈਂਬਰ ਪਾਰਲੀਮੈਂਟ ਹੈ, ਉਹਨਾਂ ਦੇ ਸਾਰੇ ਮੈਂਬਰ ਪਾਰਲੀਮੈਂਟ ਹੈਗੇ ਆ, ਉਹਨਾਂ ਕੋਲੇ ਹੁਕੂਮਤ ਰਹੀ ਹੈ। ਪਰ ਮੇਰਾ ਮਤਲਬ ਹੈ ਕਿ ਉਹ ਸਾਨੂੰ ਜਦੋਂ ਪਾਵਰ 'ਚ ਸੀਗੇ ਸਾਨੂੰ ਕਿਉਂ ਗ੍ਰਿਫਤਾਰ ਕਰਦੇ ਸੀ। ਮੈਨੂੰ 2 ਵਜੇ ਰਾਤ ਨੂੰ ਸੁਖਬੀਰ ਸਿੰਘ ਤੇ ਬਾਦਲ ਸਾਹਿਬ ਨੇ ਮੇਰੇ ਘਰ ਚੋਂ ਰਾਤ ਦੇ 2 ਵਜੇ ਮੰਜੇ ਤੋਂ ਚੱਕ ਕੇ ਲੈ ਗਏ ਮੈਨੂੰ ਥਾਣੇ 'ਚ ਅੰਮ੍ਰਿਤਸਰ ਦੇ ਵਿੱਚ। ਹੁਣ ਆਹ ਕੋਈ ਗੱਲ ਹੈ? ਕਾਹਦੇ ਲਈ ਮੈਨੂੰ ਰਾਤ ਨੂੰ ਚੱਕਣਾ ਸੀਗਾ? ਇਹ ਦਿਨੇ ਜੇ ਕਹਿੰਦੇ ਮੈਂ ਚਲਿਆ ਜਾਂਦਾ ਜਿੱਥੇ ਕਹਿਣਾ ਸੀਗਾ। ਪੁੱਛਿਆ ਹੋਊਗਾ ਤੁਸੀਂ ਵੀ ਰਾਤ ਨੂੰ ਕਿਉਂ ਚੱਕਿਆ? ਹੁਣ ਇਹੋ ਜਿਹੀਆਂ ਗੱਲਾਂ ਮੈਂ ਦੇਖੋ, ਇਹ ਪੜ੍ਹਿਆ ਲਿਖਿਆ ਆਦਮੀ ਹੈ, ਮੈਨੂੰ ਤਹਿਜ਼ੀਬ ਹੈ। ਹੁਣ ਜੇ ਮੇਰੇ ਘਰੇ ਆਇਆ ਮੈਂ ਇਹੋ ਜਿਹੀਆਂ ਚੀਜ਼ਾਂ ਥੋੜ੍ਹੀ ਪੁੱਛੂੰਗਾ। ਉਹਦੀ ਸੇਵਾ ਕੀਤੀ ਹੈ, ਇਹ ਅੰਗਰੇਜ਼ੀ ਸਕੂਲਾਂ 'ਚ ਪੜ੍ਹੇ ਹੋਏ ਹੈ, ਅਮਰੀਕਾ 'ਚ ਪੜ੍ਹੇ ਹੋਏ ਹੈ, ਉਹਨਾਂ ਨੂੰ ਸੈਂਡਵਿਚਜ਼ ਆਫਰ ਕੀਤੇ, ਕੋਈ ਉਹਨਾਂ ਨੂੰ ਬਰਫੀ ਨਹੀਂ ਦਿੱਤੀ, ਕੋਈ ਲੱਡੂ ਨਹੀਂ ਦਿੱਤਾ ਕਿ ਇਹ ਅੰਗਰੇਜ਼ੀ ਖਾਣੇ ਖਾਂਦੇ ਹੈ, ਕੋਕੋ ਕੋਲਾ ਪਿਆਈ ਹੈ। ਬਿਲਕੁਲ ਉਹਨਾਂ ਦੀ ਪੂਰੀ ਖਾਤਰ ਸੇਵਾ ਕੀਤੀ ਹੈ। ਕਮਲਦੀਪ ਕੌਰ ਵੀ ਹੁਣ ਬੰਦੀ ਸਿੰਘ ਪਰਿਵਾਰ ਦੇ ਵਿੱਚ ਹੈਗੇ, ਫਿਰ ਤੁਸੀਂ ਕਿਵੇਂ ਵਿਰੋਧ ਕਰੋਗੇ ਉਹਨਾਂ ਦਾ? ਮੈਂ ਨਹੀਂ ਉਹਨਾਂ ਦੇ ਬਾਰੇ ਬੀਬੀ ਜੀ ਗੱਲ ਕਰਨਾ ਚਾਹੁੰਦਾ। ਇਹ ਹੁਣ ਆਪਾਂ ਇਹ ਬਹੁਤ ਸੋਹਣਾ ਚੱਲ ਰਹੇ ਹੈ ਤੇ ਆਪਾਂ ਕਨਸੈਂਟਰੇਟ ਕਰੀਏ ਕਿ ਹੁਣ ਇਲੈਕਸ਼ਨ ਨੂੰ ਕਿਵੇਂ ਜਿੱਤਣਾ ਹੈਗਾ। ਜੀ ਜੀ ਮਾਨ ਸਾਹਿਬ, ਕਿਸ ਨਾਲ ਮੁਕਾਬਲਾ ਮੰਨਦੇ ਹੋ ਤੁਸੀਂ? ਮੇਰਾ ਮੁਕਾਬਲਾ ਬੀਬੀ ਜੀ ਇਸ ਵੇਲੇ ਕਿਸੇ ਨਾਲ ਨਹੀਂ। ਮੇਰਾ ਮੁਕਾਬਲਾ ਹੈਗਾ ਇੰਡੀਆ ਦੀ ਪ੍ਰੈਸ, ਹਿੰਦੁਸਤਾਨ ਟਾਈਮਸ, ਟਾਈਮਸ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, ਟਾਈਮਸ ਆਫ ਇੰਡੀਆ, PTI, UNI ਦੇ ਨਾਲ, ਜਿਹੜੇ ਬਿਲਕੁਲ BJP ਤੇ RSS ਦੇ ਥੱਲੇ ਆ ਕੇ ਉਹ ਹਿੰਦੁਤਵ ਦੀ ਗੱਲ ਕਰਦੇ ਹੈ ਕਿ ਜਿਹੜੀ ਸਿੱਖ ਆਜ਼ਾਦੀ ਮੰਗਦੇ ਹੈ ਸਾਨੂੰ ਇਹ ਬਲੈਕ ਆਊਟ ਕਰਕੇ ਰੱਖਦੇ ਹੈ। ਨੈਸ਼ਨਲ ਚੈਨਲਸ ਵੀ, ਤੁਸੀਂ ਤਾਂ ਚੰਡੀਗੜ੍ਹ ਤੋਂ ਆਏ ਹੋ, ਪਰ ਦਿੱਲੀ ਦੀ ਵੀ ਚੈਨਲ ਇਹ ਸਾਨੂੰ ਸਮਝਦੀ ਹੈ ਕਿ ਅਸੀਂ, ਗਵਰਨਮੈਂਟ ਆਫ ਇੰਡੀਆ ਕਹਿੰਦੀ ਹੈ ਜੇ ਇਹਨਾਂ ਨੂੰ ਤੁਸੀਂ ਪੇਪਰਸ ਦੇ ਵਿੱਚ ਲੈ ਕੇ ਆਓਗੇ ਜਾਂ ਟੈਲੀਵਿਜ਼ਨ 'ਤੇ ਲੈ ਕੇ ਆਓਗੇ, ਇਹ ਲੋਕ ਆਜ਼ਾਦੀ ਮੰਗਦੇ ਹੈ ਤੇ ਇਹਨਾਂ ਨੂੰ ਫਿਰ ਤੁਸੀਂ ਆਕਸੀਜਨ ਦੇ ਰਹੇ ਹੋ। ਹੁਣ ਜਦੋਂ ਸਾਰੀ ਪ੍ਰੈਸ ਹਿੰਦੁਤਵਾ ਵੱਲ ਚਲੀ ਗਈ ਹੈ, ਕਾਮਨਲ ਹੋ ਗਈ ਹੈ, ਫਰੀ ਰਹੀ ਨਹੀਂ ਹੈ, ਤਾਂ ਫਿਰ ਮੁਕਾਬਲਾ ਮੇਰਾ ਇਹਨਾਂ ਦੇ ਨਾਲ ਹੈ, ਪ੍ਰੈਸ ਦੇ ਨਾਲ। ਹਾਂਜੀ ਮਾਨ ਸਾਹਿਬ, ਆਖਰੀ ਸਵਾਲ ਕਰੂੰਗੀ, ਕਿਹੜੇ ਕਿਹੜੇ ਮਸਲੇ ਲੋਕ ਸਭਾ ਦੇ ਵਿੱਚ ਚੁੱਕੋਗੇ ਤੁਸੀਂ ਅਗਰ ਸਿਮਰਜੀਤ ਮਾਨ ਜਿੱਤਦੇ ਨੇ? ਕਿ ਮੈਂ ਕਿਹੜੇ ਚੱਕੂਗਾ? ਜੀ ਜੀ, ਇੱਕ ਤਾਂ ਲਦਾਖ ਦਾ ਮਸਲਾ ਚੱਕੂਗਾ ਜੀ, ਇੱਕ ਜਿਹੜੇ ਮੁਸਲਮਾਨਾਂ ਦੇ ਉੱਤੇ ਤਸ਼ੱਦਦ ਹੋ ਰਹੀ ਹੈ ਕਸ਼ਮੀਰ ਦੇ ਵਿੱਚ, ਇੱਕ ਬੁਲਡੋਜ਼ਰਾਂ ਦੇ ਨਾਲ ਜਿਹੜੇ ਉਹਨਾਂ ਦੇ ਘਰ ਪੱਧਰੇ ਕੀਤੇ ਜਾਂਦੇ ਆ, ਜਿਹੜੀਆਂ ਘੱਟ ਗਿਣਤੀਆਂ ਦੇ ਨਾਲ ਹੋ ਰਹੀਆਂ। ਜਿਵੇਂ ਹੁਣ ਗੋਆ ਦਾ ਚੀਫ ਮਿਨਿਸਟਰ ਕਹਿੰਦਾ ਕਿ ਗੋਆ ਦੇ ਵਿੱਚ ਪੋਰਚੁਗੀਜ਼ ਜਦੋਂ ਆਏ ਸੀ ਉਹਨਾਂ ਨੇ ਮੰਦਰਾਂ ਦੇ ਉੱਤੇ ਆਪਣੇ ਗਿਰਜੇ ਘਰ ਬਣਾਏ ਹੈ। ਇਹ ਸਾਰੇ ਮਸਲੇ ਜਿਹੜੇ ਇਹ ਕੱਟੜਵਾਦੀ ਹਿੰਦੂਤਵ ਦੇ ਹੈ ਤੇ ਅਜੇ ਤੱਕ ਆਪਣੀ ਸਰਹੱਦ ਦੀ ਰੱਖਿਆ ਕਿਉਂ ਨਹੀਂ ਕਰ ਸਕੀ BJP, RSS ਤੇ ਨਰਿੰਦਰ ਮੋਦੀ? ਉਹਨਾਂ ਨੇ ਕਿਵੇਂ ਚੀਨ ਨੂੰ 900 ਕਿਲੋਮੀਟਰ ਸਾਡੇ ਲਦਾਖ ਦੇ ਵਿੱਚ ਅੰਦਰ ਆਉਣ ਦਿੱਤਾ ਤੇ ਉਹਦੇ ਉੱਤੇ ਕਬਜ਼ਾ ਕਰ ਲਿਆ, ਤੇ ਉਸ ਨੂੰ ਵਾਪਸ ਕਿਉਂ ਨਹੀਂ ਭੇਜ ਰਹੇ? ਕਿ ਇਹਨਾਂ ਦੇ ਜਰਨੈਲ ਇਨਕੰਪੀਟੈਂਟ ਹੈ, ਕਿ ਇਹਨਾਂ ਦੇ ਕੋਲੇ ਅਸਲਾ ਹੈ ਨਹੀਂ? ਜਿਹੜੇ ਫਿਗਰਸ ਹੈਗੇ ਆ 67% ਇਹਨਾਂ ਦਾ ਅਸਲਾ ਤੇ ਵੈਪਨਸ ਖਰਾਬ ਵੀ ਹੋਏ ਹੈ ਤੇ ਪੁਰਾਣੇ ਵੀ ਹੋ ਗਏ ਹੈ। ਤੋ ਮੇਰਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਵੀ ਹਿੰਦੂ ਹੋ, ਹਿੰਦੂਆਂ ਨੂੰ ਸ਼ੌਕ ਹੈ ਆਪਣੇ ਮੁਲਕ ਦਾ, ਪਰ ਮੈਨੂੰ ਹਿੰਦੂ ਭਰਾ ਦੱਸਣ ਕਿ ਜਿਹੜੇ ਤੁਸੀਂ BJP ਤੇ RSS ਤੇ ਦੂਜਿਆਂ ਨੂੰ ਬਣਾਉਂਦੇ ਹੋ ਉਹ ਕੰਪੀਟੈਂਟ ਹੈ ਕਿ ਤੁਹਾਡੇ ਦੇਸ਼ ਨੂੰ ਇੱਕ ਰੱਖ ਸਕਣ ਕਿ ਨਹੀਂ? ਤੁਹਾਡੀਆਂ ਸਰਹੱਦਾਂ ਦੇ ਉੱਤੇ ਤਾਂ ਅਟੈਕ ਹੋ ਰਹੇ ਹੈ, ਉਹਦੇ ਖਿਲਾਫ ਤੁਹਾਡੀ ਫੌਜ ਲੜ ਨਹੀਂ ਰਹੀ ਤੇ ਚੀਨੀ ਦਿਨ ਬ ਦਿਨ ਅੰਦਰ ਆਈ ਜਾਂਦੇ ਹੈ। ਇਹ ਬਹੁਤ ਵੱਡਾ ਮਸਲਾ ਹੈਗਾ। ਫਿਰ ਜਿਹੜੀ ਤਸ਼ੱਦਦ ਹੋ ਰਹੀ ਹੈ ਸਿੱਖਾਂ ਦੇ ਮਸਲੇ ਹੈ ਕਿ SGPC ਦੇ ਇਲੈਕਸ਼ਨਸ ਨਹੀਂ ਹੋ ਰਹੇ, ਸਿੱਖਾਂ ਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 2015 ਦੇ ਵਿੱਚ ਹੋਈ ਸੀਗੀ ਉਹਦਾ ਮਸਲਾ ਨਹੀਂ ਹੋ ਰਿਹਾ, ਜਿਹੜਾ ਸੁਪਰੀਮ ਕੋਰਟ ਦੇ ਵਿੱਚ ਅਜੇ ਤੱਕ ਕੋਈ ਸਿੱਖ ਜੱਜ ਹੈ ਨਹੀਂਗਾ, ਸਾਰੇ ਸੂਬਿਆਂ ਦੀਆਂ ਹਾਈ ਕੋਰਟਸ ਦੇ ਵਿੱਚ ਕੋਈ ਸਿੱਖ ਜੱਜ ਹੈ ਨਹੀਂਗਾ,
ਫੌਜ ਦੇ ਜਿੰਨੇ ਵੀ ਆਰਮੀ ਕਮਾਂਡਰਸ ਹੈਗੇ ਹੈ, ਨੇਵੀ ਦੇ, 에ਅਰਫੋਰਸ ਦੇ, ਉਹਨਾਂ ਦੇ ਵਿੱਚ ਸਿੱਖਾਂ ਦਾ ਜਰਨੈਲ ਹੈ ਨਹੀਂਗਾ। ਕਿ ਸਿੱਖਾਂ ਨੂੰ ਕਿਉਂ ਤੁਸੀਂ ਸ਼ੰਟ ਕੀਤਾ ਹੋਇਆ ਹੈ ਸਾਰੇ ਸਿਸਟਮ ਦੇ ਵਿੱਚੋਂ, ਤੇ ਸੈਂਟਰ ਦੀ ਕੈਬਨਿਟ ਦੇ ਵਿੱਚ ਸਿੱਖ ਕਿਉਂ ਨਹੀਂ ਹੈਗਾ? ਇਹ ਸਾਰੇ ਮਸਲੇ ਇਹ ਪਾਰਲੀਮੈਂਟ ਦੇ ਵਿੱਚ ਚੱਕੇ ਜਾਣਗੇ। ਜੀ ਹਾਂਜੀ, ਧੰਨਵਾਦ ਮਾਨ ਸਾਹਿਬ ਗੱਲ ਕਰਦਾ। ਤਾਂ ਇਹ ਸਨ ਸਿਮਰਨਜੀਤ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹੈਗੇ ਨੇ, ਤਾਂ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ। ਪਹਿਲਾਂ ਵੀ 1999 ਦੇ ਵਿੱਚ ਲੋਕ ਸਭਾ ਸੀਟ ਜਿਹੜੀ ਹੈ ਸੰਗਰੂਰ ਜਿੱਤੀ ਸੀ। ਤਾਂ ਬਹੁਤ ਸਾਰੇ ਮਸਲੇ ਇਹਨਾਂ ਦੇ ਵੱਲੋਂ ਗਿਣਾਏ ਗਏ ਨੇ ਜਿਹੜੇ ਕਹਿੰਦੇ ਨੇ ਲੋਕ ਸਭਾ 'ਚ ਚੁੱਕਣੇ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਨੇ। ਫਿਲਹਾਲ ਕੈਮਰਾਮੈਨ ਵਿਨੇ ਦੇ ਨਾਲ ਕਮਲਦੀਪ ਕੌਰ, ਸੰਗਰੂਰ।